ਅੱਜ ਮੇਰੀ ਜ਼ਿੰਦਗੀ ਦਾ ਬਹੁਤ ਖਾਸ ਦਿਨ ਸੀ। ਸਿਰਫ ਮੇਰੇ ਲਈ ਹੀ ਨਹੀਂ, ਬਲਕਿ ਸਾਡੇ ਸਾਰੇ ਭਾਈਆਂ ਲਈ। ਅਸੀਂ ਆਪਣੇ ਪਾਪਾ ਦੀ ਛੋਟੀ ਜਿਹੀ ਫੈਕਟਰੀ ਨੂੰ ਆਪਣੀ ਮਿਹਨਤ ਨਾਲ ਅੱਜ ਇੱਕ ਬਹੁਤ ਵੱਡੀ ਕੰਪਨੀ ਵਿੱਚ ਬਦਲ ਦਿੱਤਾ। ਅਸੀਂ ਦਿਨ ਰਾਤ ਮਿਹਨਤ ਕੀਤੀ ਸੀ ਅਤੇ ਅੱਜ ਸਾਨੂੰ ਐਵਾਰਡ ਦਿੱਤਾ ਜਾ ਰਿਹਾ ਸੀ ਅਤੇ ਕੁਝ ਦਿਨਾਂ ਬਾਅਦ ਸਾਰਾ ਪੇਪਰ ਵਰਕ ਕੰਪਲੀਟ ਹੋ ਜਾਂਦਾ ਅਤੇ ਅਸੀਂ ਚਾਰੇ ਭਾਈ ਆਪਣੀ ਆਪਣੀ ਅਲੱਗ-ਅਲੱਗ ਜਾਇਦਾਦ ਲੈ ਲੈਂਦੇ। ਪਰ ਬਿਲਕੁਲ ਉਸੇ ਸਮੇਂ ਪਤਾ ਨਹੀਂ ਕਿੱਥੋਂ ਇੱਕ ਕੁੜੀ ਆ ਗਈ ਅਤੇ ਹਜ਼ਾਰਾਂ ਲੋਕਾਂ ਦੇ ਵਿੱਚ ਖੜੀ ਹੋ ਕੇ ਚੀਕ-ਚੀਕ ਕੇ ਕਹਿਣ ਲੱਗੀ ਕਿ ਮੈਂ ਤੁਹਾਡੀ ਭੈਣ ਹਾਂ। ਇਸ ਜਾਇਦਾਦ ਵਿੱਚ ਮੇਰਾ ਵੀ ਹਿੱਸਾ ਬਣਦਾ ਹੈ। ਅਸੀਂ ਸਾਰੇ ਭਰਾ ਉਸ ਕੁੜੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਏ। ਅਜਿਹਾ ਕਿਵੇਂ ਹੋ ਸਕਦਾ ਹੈ, ਕਿਉਂਕਿ ਸਾਡੀ ਕੋਈ ਭੈਣ ਹੈ ਹੀ ਨਹੀਂ ਸੀ। ਜ਼ਰੂਰ ਉਹ ਕੁੜੀ ਸਾਡੇ ਦੁਸ਼ਮਣਾਂ ਵਿੱਚੋਂ ਕਿਸੇ ਨੇ ਭੇਜੀ ਸੀ ਤਾਂ ਜੋ ਲੋਕਾਂ ਦੇ ਸਾਹਮਣੇ ਸਾਡੀ ਬੇਇੱਜ਼ਤੀ ਹੋ ਸਕੇ। ਉਹ ਕੁੜੀ ਸਭ ਨੂੰ ਦੇਖ ਕੇ ਕਹਿਣ ਲੱਗੀ, ਮੈਂ ਝੂਠ ਨਹੀਂ ਬੋਲ ਰਹੀ ਹਾਂ, ਮੇਰੇ ਕੋਲ ਸਾਰੇ ਸਬੂਤ ਹਨ। ਤੁਸੀਂ ਚਾਹੋ ਤਾਂ DNA ਕਰਵਾ ਲਵੋ। ਮੇਰੀ ਮਾਂ ਨੇ ਮੈਨੂੰ ਬਚਪਨ ਵਿੱਚ ਹੀ ਵੇਚ ਦਿੱਤਾ ਸੀ ਅਤੇ 22 ਸਾਲ ਮੈਂ ਆਪਣੇ ਘਰ ਵਾਲਿਆਂ ਤੋਂ ਦੂਰ ਰਹੀ ਹਾਂ ਅਤੇ ਅੱਜ ਆਪਣਾ ਹਿੱਸਾ ਲੈਣ ਲਈ ਆਈ ਹਾਂ। ਉਹ ਕੁੜੀ ਦੇਖਣ ਨੂੰ ਬਿਲਕੁਲ ਵੀ ਸਾਡੇ ਵਰਗੀ ਨਹੀਂ ਲੱਗ ਰਹੀ ਸੀ, ਨਾ ਹੀ ਉਸਦੀ ਸ਼ਕਲ ਸਾਡੇ ਨਾਲ ਮਿਲਦੀ ਸੀ। ਪਰ ਪਤਾ ਨਹੀਂ ਕਿਉਂ ਉਹ ਕੁੜੀ ਜਿੱਦ ਕਰ ਰਹੀ ਸੀ ਕਿ ਉਹ ਸਾਡੀ ਹੀ ਭੈਣ ਹੈ। ਅਸੀਂ ਸਭ ਬਹੁਤ ਪਰੇਸ਼ਾਨ ਹੋ ਗਏ ਸੀ। ਮੈਂ ਥੋੜੀ ਸਮਝਦਾਰੀ ਤੋਂ ਕੰਮ ਲਿਆ। ਮੈਂ ਸਭ ਦੇ ਸਾਹਮਣੇ ਕਿਹਾ ਕਿ ਠੀਕ ਹੈ, ਅਸੀਂ DNA ਕਰਵਾਵਾਂਗੇ। ਜੇਕਰ ਤੂੰ ਸਾਡੀ ਭੈਣ ਨਿਕਲੀ ਤਾਂ ਤੇਰਾ ਹਿੱਸਾ ਤੈਨੂੰ ਜ਼ਰੂਰ ਮਿਲੇਗਾ। ਮੈਂ ਉਸ ਕੁੜੀ ਨੂੰ ਪਹਿਚਾਨ ਗਿਆ ਸੀ। ਅਸੀਂ ਚਾਰ ਭਾਈ ਇਸ ਸ਼ਹਿਰ ਦੇ ਮਸ਼ਹੂਰ ਬਿਜ਼ਨਸਮੈਨ ਸਨ ਅਤੇ ਸਾਰਾ ਸ਼ਹਿਰ ਜਾਣਦਾ ਸੀ ਕਿ ਇਸ ਮੁਕਾਮ ਤੇ ਪਹੁੰਚਣ ਲਈ ਅਸੀਂ ਕਿੰਨੀ ਮਿਹਨਤ ਕੀਤੀ ਸੀ। ਮੈਂ ਤਾਂ ਹੁਣ ਵੀ ਓਨੀ ਹੀ ਮਿਹਨਤ ਕਰਦਾ ਹਾਂ ਜਿੰਨੀ ਪਹਿਲਾਂ ਕਰਦਾ ਸੀ। ਪਰ ਮੇਰੇ ਭਾਈ ਕਹਿੰਦੇ ਹਨ ਕਿ ਜ਼ਿੰਦਗੀ ਦਾ ਮਜ਼ਾ ਵੀ ਲੈਣਾ ਚਾਹੀਦਾ ਹੈ, ਇਸ ਲਈ ਉਹ ਅਕਸਰ ਘੁੰਮਦੇ ਫਿਰਦੇ ਰਹਿੰਦੇ ਸਨ। ਵੈਸੇ ਤਾਂ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੀ ਸੀ ਅਤੇ ਸਮਾਂ ਚੰਗਾ ਗੁਜ਼ਰ ਰਿਹਾ ਸੀ, ਪਰ ਕੁਝ ਦਿਨਾਂ ਤੋਂ ਬਹੁਤ ਕੁਝ ਅਜੀਬ ਹੋ ਰਿਹਾ ਸੀ। ਮੈਂ ਜਿਸ ਰਸਤੇ ਤੋਂ ਦਫ਼ਤਰ ਜਾਂਦਾ ਸੀ, ਉੱਥੇ ਸਿਗਨਲ 'ਤੇ ਇੱਕ ਕੁੜੀ ਮੇਰੀ ਕਾਰ ਦੇ ਦਰਵਾਜ਼ੇ ਕੋਲ ਆ ਕੇ ਕਹਿੰਦੀ, ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ, ਮੇਰੀ ਗੱਲ ਸੁਣ ਲਵੋ। ਉਸਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ। ਮੈਂ ਇਸ ਤਰ੍ਹਾਂ ਦੇ ਭਿਖਾਰੀਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ। ਉਹ ਬੰਦੇ ਨੂੰ ਬਾਹਰ ਬੁਲਾ ਕੇ ਪੈਸੇ ਮੰਗਦੇ ਸਨ, ਇਸ ਲਈ ਮੈਂ ਉਸਨੂੰ ਨਜ਼ਰਅੰਦਾਜ਼ ਕਰਕੇ ਗੱਡੀ ਅੱਗੇ ਵਧਾ ਲੈਂਦਾ ਸੀ। ਉਂਝ ਉਹ ਕੁੜੀ ਦੇਖਣ ਨੂੰ ਭਿਖਾਰੀ ਨਹੀਂ ਲੱਗਦੀ ਸੀ। ਉਸਨੇ ਕੱਪੜੇ ਵੀ ਵਧੀਆ ਪਾਏ ਹੁੰਦੇ ਸਨ। ਇੱਕ ਦਿਨ ਮੇਰੇ ਵੱਡੇ ਭਰਾ ਨੇ ਦੱਸਿਆ ਕਿ ਰੋਜ਼ ਇੱਕ ਕੁੜੀ ਉਸਨੂੰ ਫੋਨ ਕਰਕੇ ਕਹਿੰਦੀ ਹੈ ਕਿ ਤੁਹਾਡੇ ਨਾਲ ਗੱਲ ਕਰਨੀ ਹੈ। ਪਤਾ ਨਹੀਂ ਕੌਣ ਹੈ। ਹੁਣ ਤਾਂ ਮੈਂ ਉਸਦਾ ਫੋਨ ਚੁੱਕਦਾ ਹੀ ਨਹੀਂ। ਮੈਂ ਆਪਣੇ ਭਾਈ ਦੀ ਗੱਲ ਸੁਣ ਕੇ ਸੋਚਣ ਲੱਗਾ। ਮੇਰੇ ਦਿਮਾਗ ਵਿੱਚ ਉਹੀ ਕੁੜੀ ਆਈ ਜੋ ਮੈਨੂੰ ਰੋਜ਼ ਰਸਤੇ ਵਿੱਚ ਮਿਲਦੀ ਸੀ। ਮੈਂ ਭਾਈ ਨੂੰ ਕਿਹਾ ਕਿ ਤੁਸੀਂ ਚੁਕੰਨੇ ਰਿਹਾ ਕਰੋ, ਅੱਜ ਕੱਲ੍ਹ ਫਰਾਡ ਬਹੁਤ ਜ਼ਿਆਦਾ ਹੋ ਰਿਹਾ ਹੈ। ਕੁਝ ਦਿਨ ਆਰਾਮ ਨਾਲ ਲੰਘ ਗਏ। ਮੈਨੂੰ ਉਹ ਕੁੜੀ ਨਜ਼ਰ ਨਹੀਂ ਆਈ। ਮੈਂ ਸੁੱਖ ਦਾ ਸਾਹ ਲਿਆ, ਪਰ ਕੀ ਪਤਾ ਸੀ ਕਿ ਉਹ ਕੁੜੀ ਸਾਡੀ ਭੈਣ ਬਣ ਕੇ ਸਭ ਦੇ ਸਾਹਮਣੇ ਆ ਜਾਵੇਗੀ। ਘਰ ਜਾ ਕੇ ਮੈਂ ਜਦੋਂ ਮੰਮੀ ਤੋਂ ਪੁੱਛਿਆ ਕਿ ਸਾਡੀ ਕੋਈ ਭੈਣ ਸੀ ਤਾਂ ਮੰਮੀ ਘਬਰਾ ਗਈ ਅਤੇ ਕਹਿਣ ਲੱਗੀ, ਤੁਹਾਨੂੰ ਪਤਾ ਤਾਂ ਹੈ, ਤੁਹਾਡੀ ਇੱਕ ਭੈਣ ਸੀ ਜੋ ਛੋਟੇ ਹੁੰਦੇ ਹੀ ਮਰ ਗਈ ਸੀ। ਮੈਂ ਮੰਮੀ ਨੂੰ ਦੱਸਿਆ ਕਿ ਅੱਜ ਇੱਕ ਕੁੜੀ ਆਈ ਸੀ ਅਤੇ ਉਹ ਕਹਿ ਰਹੀ ਸੀ ਕਿ ਮੈਨੂੰ ਵੀ ਪਾਪਾ ਦੀ ਜਾਇਦਾਦ ਵਿੱਚੋਂ ਹਿੱਸਾ ਚਾਹੀਦਾ ਹੈ। ਮੈਂ ਤੁਹਾਡੀ ਭੈਣ ਹਾਂ। ਮੰਮੀ ਨੇ ਕਿਹਾ, ਉਹ ਕੁੜੀ ਝੂਠ ਬੋਲ ਰਹੀ ਹੈ, ਤੁਸੀਂ ਉਸ ਦੀਆਂ ਗੱਲਾਂ ਵਿੱਚ ਨਾ ਆਓ। ਜੇਕਰ ਉਹ ਤੁਹਾਡੇ ਦਫ਼ਤਰ ਵਿੱਚ ਆਵੇ ਤਾਂ ਧੱਕੇ ਮਾਰ ਕੇ ਉਸਨੂੰ ਬਾਹਰ ਕੱਢ ਦਿਓ। ਮੰਮੀ ਦੀਆਂ ਗੱਲਾਂ ਤੋਂ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਕੁੜੀ ਝੂਠ ਬੋਲ ਰਹੀ ਸੀ। ਉਂਝ ਵੀ ਕੁਝ ਦਿਨ ਤੋਂ ਮੈਂ ਨੋਟਿਸ ਕਰ ਰਿਹਾ ਸੀ ਕਿ ਕੋਈ ਜਿਵੇਂ ਹਰ ਪਲ ਸਾਡੇ ਪਿੱਛੇ ਹੈ, ਸਾਡੇ ਉੱਪਰ ਨਜ਼ਰ ਰੱਖ ਰਿਹਾ ਹੈ। ਮੈਨੂੰ ਲੱਗਿਆ ਕਿ ਇਹ ਮੇਰਾ ਵਹਿਮ ਹੈ, ਪਰ ਹੁਣ ਯਕੀਨ ਹੋ ਗਿਆ ਸੀ ਕਿ ਜ਼ਰੂਰ ਉਹ ਕੁੜੀ ਹੀ ਸਾਡੇ ਪਿੱਛੇ ਹੈ, ਸਾਡੇ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੋਵੇਗੀ ਅਤੇ ਹੁਣ ਜਦੋਂ ਉਸਨੂੰ ਸਭ ਕੁਝ ਪਤਾ ਚੱਲ ਗਿਆ ਹੈ ਤਾਂ ਸਾਡੀ ਭੈਣ ਹੋਣ ਦਾ ਦਾਅਵਾ ਕਰਨ ਲੱਗੀ ਹੈ। ਅਗਲੇ ਦਿਨ ਜਦੋਂ ਮੈਂ ਦਫ਼ਤਰ ਗਿਆ ਤਾਂ ਉਹੀ ਕੁੜੀ ਮੇਰੇ ਕੋਲ ਆਈ। ਮੈਂ ਸਬੂਤ ਇਕੱਠੇ ਕਰਕੇ ਉਸਨੂੰ ਸਭ ਦੇ ਸਾਹਮਣੇ ਬੇਨਕਾਬ ਕਰਨਾ ਚਾਹੁੰਦਾ ਸੀ, ਇਸ ਲਈ ਮੈਂ ਉਸਨੂੰ ਕਿਹਾ ਕਿ ਕੱਲ੍ਹ ਨੂੰ ਆਈ, ਤੇਰਾ DNA ਕਰਾਵਾਂਗੇ।
ਉਹ ਉੱਥੋਂ ਚਲੀ ਗਈ। ਮੈਂ ਆਪਣੇ ਇੱਕ ਡਾਕਟਰ ਦੋਸਤ ਤੋਂ ਟਾਈਮ ਲੈ ਲਿਆ। ਮੈਂ ਘਰ ਆ ਕੇ ਮੰਮੀ ਨੂੰ ਸਾਰੀ ਗੱਲ ਦੱਸੀ, ਕਿਉਂਕਿ ਉਹ ਬਹੁਤ ਪਰੇਸ਼ਾਨ ਰਹਿੰਦੀ ਸੀ। ਜਦੋਂ ਤੋਂ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਕੋਈ ਕੁੜੀ ਸਾਡੇ ਪਿੱਛੇ ਪੈ ਗਈ ਹੈ। ਉਸ ਰਾਤ ਮੈਂ ਮੰਮੀ ਨੂੰ ਚੋਰੀ ਛਿਪੇ ਕਿਤੇ ਜਾਂਦੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ। ਮੈਂ ਸੋਚਿਆ ਕਿ ਸਵੇਰੇ ਪੁੱਛਾਂਗਾ ਮੰਮੀ ਨੂੰ, ਪਰ ਮੈਨੂੰ ਯਾਦ ਹੀ ਨਹੀਂ ਰਿਹਾ। ਅਗਲੇ ਦਿਨ ਜਦੋਂ ਮੈਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਮੈਂ ਉਸ ਕੁੜੀ ਨੂੰ ਦੇਖਿਆ। ਮੈਨੂੰ ਸ਼ੱਕ ਤਾਂ ਉਸ 'ਤੇ ਪਹਿਲਾਂ ਤੋਂ ਹੀ ਸੀ। ਮੈਂ ਸੋਚਿਆ ਕਿ ਉਸ ਦਾ ਪਿੱਛਾ ਕਰਕੇ ਦੇਖਦਾ ਹਾਂ ਕਿ ਉਹ ਕਿਸ ਨੂੰ ਮਿਲਣ ਜਾਂਦੀ ਹੈ ਅਤੇ ਕਿਸ ਨੇ ਉਸ ਨੂੰ ਸਾਡੇ ਪਿੱਛੇ ਲਗਾਇਆ ਹੈ। ਮੈਂ ਆਪਣੀ ਗੱਡੀ ਉਸ ਦੇ ਪਿੱਛੇ ਮੋੜ ਲਈ। ਥੋੜ੍ਹੀ ਦੂਰ ਜਾ ਕੇ ਉਹ ਕੁੜੀ ਜਿਸ ਨੂੰ ਮਿਲੀ, ਉਸ ਨੂੰ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ ਮੇਰੀ ਮੰਮੀ ਨੂੰ ਮਿਲ ਰਹੀ ਸੀ। ਮੈਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੈਂ ਗੱਡੀ ਵਿੱਚੋਂ ਨਿਕਲ ਕੇ ਉਹਨਾਂ ਕੋਲ ਚਲਾ ਗਿਆ। ਮੰਮੀ ਮੈਨੂੰ ਦੇਖ ਕੇ ਘਬਰਾ ਗਈ। ਮੈਂ ਪੁੱਛਿਆ, ਤੁਸੀਂ ਇਸ ਕੁੜੀ ਨਾਲ ਇੱਥੇ ਕੀ ਕਰ ਰਹੇ ਹੋ? ਤਾਂ ਮੰਮੀ ਕਹਿਣ ਲੱਗੀ, ਮੈਂ ਇਸ ਨੂੰ ਸਮਝਾਉਣ ਆਈ ਸੀ ਕਿ ਸਾਨੂੰ ਤੰਗ ਨਾ ਕਰ। ਮੈਂ ਦੇਖਿਆ ਉਸ ਕੁੜੀ ਦੀਆਂ ਅੱਖਾਂ ਵਿੱਚ ਹੰਝੂ ਸਨ। ਉਹ ਉੱਥੋਂ ਚਲੀ ਗਈ। ਮੈਂ ਮੰਮੀ ਨੂੰ ਲੈ ਕੇ ਘਰ ਵਾਪਸ ਆ ਗਿਆ। ਅਗਲੇ ਦਿਨ ਮੈਂ ਇੰਤਜ਼ਾਰ ਕਰਦਾ ਰਿਹਾ ਕਿ ਉਹ ਕੁੜੀ ਆਏ ਤਾਂ ਮੈਂ ਉਸਦਾ DNA ਕਰਵਾਵਾਂ, ਪਰ ਉਹ ਨਾ ਆਈ। ਮੇਰੇ ਦੂਜੇ ਭਾਈ ਵੀ ਕਹਿਣ ਲੱਗੇ ਕਿ ਉਹ ਕੁੜੀ ਝੂਠੀ ਹੈ, ਇਸ ਲਈ DNA ਟੈਸਟ ਦਾ ਨਾਮ ਸੁਣਦੇ ਹੀ ਭੱਜ ਗਈ। ਮੈਨੂੰ ਵੀ ਇਹੀ ਲੱਗਿਆ ਸੀ ਕਿ ਜ਼ਰੂਰ ਉਹ ਕੁੜੀ ਫਰਾਡ ਹੋਵੇਗੀ, ਪਰ ਮੈਂ ਤਾਂ ਸੋਚ ਵੀ ਨਹੀਂ ਸਕਦਾ ਸੀ ਕਿ ਸੱਚ ਕੁਝ ਇਸ ਤਰ੍ਹਾਂ ਦਾ ਹੋਵੇਗਾ। ਇੱਕ ਦਿਨ ਮੈਂ ਦਫ਼ਤਰ ਤੋਂ ਥੋੜ੍ਹਾ ਜਲਦੀ ਘਰ ਆ ਗਿਆ ਸੀ। ਮੈਂ ਦੇਖਿਆ ਉਹ ਕੁੜੀ ਸਾਡੇ ਘਰ ਬੈਠੀ ਮੇਰੀ ਮੰਮੀ ਨਾਲ ਗੱਲਾਂ ਕਰ ਰਹੀ ਹੈ। ਮੇਰੀ ਮੰਮੀ ਉਸ ਨੂੰ ਕਹਿ ਰਹੀ ਸੀ ਕਿ ਜੇਕਰ ਤੂੰ ਵਾਪਸ ਨਾ ਗਈ ਤਾਂ ਮੈਂ ਖੁਦ ਉਹਨਾਂ ਨੂੰ ਦੱਸ ਦੇਵਾਂਗੀ ਕਿ ਤੂੰ ਇੱਥੇ ਹੈ। ਉਹ ਕੁੜੀ ਉੱਚੀ ਆਵਾਜ਼ ਵਿੱਚ ਮੇਰੀ ਮੰਮੀ ਨੂੰ ਕਹਿਣ ਲੱਗੀ ਕਿ ਕਿਹੋ ਜਿਹੀ ਮਾਂ ਹੈ ਤੂੰ? ਮੈਂ ਤੇਰੀ ਧੀ ਹਾਂ। ਤੂੰ ਮੈਨੂੰ ਬਚਪਨ ਵਿੱਚ ਹੀ ਵੇਚ ਦਿੱਤਾ ਸੀ ਤੇ ਹੁਣ ਵੀ ਮੈਨੂੰ ਧਮਕੀਆਂ ਦੇ ਰਹੀ ਹੈ ਕਿ ਮੈਂ ਆਪਣੀ ਜ਼ੁਬਾਨ ਬੰਦ ਰੱਖਾਂ। ਮੇਰੀ ਮੰਮੀ ਬੋਲੀ, ਤੈਨੂੰ ਜਿੰਨੇ ਪੈਸੇ ਚਾਹੀਦੇ ਹਨ ਮੈਂ ਦੇਵਾਂਗੀ, ਪਰ ਤੂੰ ਇੱਥੋਂ ਚਲੀ ਜਾ ਅਤੇ ਕਦੇ ਵੀ ਆਪਣੀ ਜ਼ੁਬਾਨ 'ਤੇ ਇਹ ਗੱਲ ਨਾ ਲੈ ਕੇ ਆਈ ਕਿ ਤੂੰ ਮੇਰੀ ਕੁੜੀ ਹੈ। ਆਪਣੀ ਮੰਮੀ ਦੇ ਮੂੰਹੋਂ ਇਹ ਸੁਣ ਕੇ ਮੈਂ ਸੁੰਨ ਰਹਿ ਗਿਆ। ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਮੈਂ ਮੰਮੀ ਕੋਲ ਚਲਾ ਗਿਆ। ਮੈਨੂੰ ਦੇਖ ਕੇ ਮੰਮੀ ਘਬਰਾ ਗਈ। ਮੈਂ ਕਿਹਾ, ਮੈਂ ਸਭ ਕੁਝ ਸੁਣ ਲਿਆ ਹੈ। ਮੈਨੂੰ ਸਭ ਕੁਝ ਸੱਚ-ਸੱਚ ਦੱਸੋ ਕਿ ਇਹ ਕੁੜੀ ਸੱਚਮੁੱਚ ਮੇਰੀ ਭੈਣ ਹੈ। ਮੇਰੀ ਮੰਮੀ ਨੇ ਸ਼ਰਮਿੰਦਗੀ ਨਾਲ ਸਿਰ ਝੁਕਾ ਲਿਆ ਅਤੇ ਕਿਹਾ, ਹਾਂ, ਇਹ ਤੇਰੀ ਭੈਣ ਹੈ। ਮੈਂ ਬਚਪਨ ਵਿੱਚ ਤੁਹਾਨੂੰ ਸਭ ਨੂੰ ਝੂਠ ਬੋਲਿਆ ਸੀ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੇਰੀ ਮਾਂ ਨੇ ਇੰਨੇ ਸਾਲ ਆਪਣੀ ਧੀ ਨੂੰ ਆਪਣੇ ਆਪ ਤੋਂ ਦੂਰ ਰੱਖਿਆ ਅਤੇ ਉਸ ਧੀ ਨੂੰ ਜਿਸ ਦੇ ਪੈਦਾ ਹੋਣ ਲਈ ਉਹ ਕਿੰਨੇ ਸਾਲ ਰੱਬ ਤੋਂ ਅਰਦਾਸਾਂ ਮੰਗਦੀ ਰਹੀ ਸੀ। ਮੇਰਾ ਗੁਜ਼ਰਿਆ ਹੋਇਆ ਕੱਲ੍ਹ ਮੇਰੀਆਂ ਅੱਖਾਂ ਸਾਹਮਣੇ ਘੁੰਮ ਗਿਆ। ਸੁਣਿਆ ਹੈ ਪੁੱਤਰ ਦੀ ਮਾਂ ਹੋਣਾ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਮਾਵਾਂ ਅਕਸਰ ਪੁੱਤਾਂ ਦੀ ਹੀ ਦਾਤ ਮੰਗਦੀਆਂ ਹਨ ਤਾਂ ਜੋ ਉਹ ਉਹਨਾਂ ਦਾ ਸਹਾਰਾ ਬਣ ਸਕੇ। ਪਰ ਸਾਡੇ ਘਰ ਵਿੱਚ ਬਿਲਕੁਲ ਉਲਟ ਸੀ। ਅਜਿਹਾ ਲੱਗਦਾ ਸੀ ਕਿ ਇਸ ਘਰ ਵਿੱਚ ਮੁੰਡਾ ਹੋਣਾ ਪਾਪ ਹੈ। ਅਸੀਂ 4 ਭਾਈ ਸੀ। ਮੈਂ ਦੂਜੇ ਨੰਬਰ 'ਤੇ ਸੀ। ਸਾਡੇ ਪਾਪਾ ਦੀ ਇੱਕ ਛੋਟੀ ਜਿਹੀ ਫੈਕਟਰੀ ਸੀ ਜਿਸ ਦੇ ਕੰਮ ਨੂੰ ਵਧਾਉਣ ਲਈ ਉਹ ਦਿਨ ਰਾਤ ਲੱਗੇ ਰਹਿੰਦੇ ਸਨ ਅਤੇ ਘਰ ਤੋਂ ਬਾਹਰ ਰਹਿੰਦੇ ਸਨ। ਪਾਪਾ ਨੂੰ ਨਾ ਮੰਮੀ ਦੀ ਫਿਕਰ ਸੀ, ਨਾ ਹੀ ਸਾਡੀ ਫਿਕਰ ਤਾਂ ਮੰਮੀ ਨੂੰ ਵੀ ਨਹੀਂ ਸੀ ਸਾਡੀ। ਅਜਿਹਾ ਲੱਗਦਾ ਸੀ ਕਿ ਜਿਵੇਂ ਉਹ ਸਾਨੂੰ ਪੈਦਾ ਕਰਕੇ ਭੁੱਲ ਹੀ ਗਈ ਹੋਵੇ। ਸਾਡੇ ਘਰ ਵਿੱਚ ਚਾਚੀ ਰਹਿੰਦੀ ਸੀ। ਉਹ ਬਹੁਤ ਚੰਗੀ ਸੀ। ਉਸਨੇ ਹੀ ਸਾਡਾ ਪਾਲਣ ਪੋਸ਼ਣ ਕੀਤਾ। ਮੰਮੀ ਤਾਂ ਹਰ ਵਕਤ ਬਸ ਮੰਦਰਾਂ ਦੇ ਹੀ ਚੱਕਰ ਕੱਟਦੀ ਰਹਿੰਦੀ ਸੀ। ਇੱਕ ਦਿਨ ਮੈਂ ਚਾਚੀ ਨੂੰ ਪੁੱਛਿਆ ਕਿ ਮੰਮੀ ਕੀ ਕਰਦੀ ਰਹਿੰਦੀ ਹੈ? ਸਾਡੇ ਕੋਲ ਕਿਉਂ ਨਹੀਂ ਰਹਿੰਦੀ? ਉਹ ਸਾਨੂੰ ਪਿਆਰ ਕਿਉਂ ਨਹੀਂ ਕਰਦੀ? ਤਾਂ ਚਾਚੀ ਨੇ ਦੁਖੀ ਹੋ ਕੇ ਦੱਸਿਆ ਕਿ ਤੁਹਾਡੀ ਮੰਮੀ ਨੂੰ ਕੁੜੀ ਚਾਹੀਦੀ ਸੀ, ਮੁੰਡੇ ਨਹੀਂ। ਪਰ ਹੁਣ ਤੱਕ ਉਸਦੇ ਕੁੜੀ ਨਹੀਂ ਹੋਈ। ਵਿਆਹ ਤੋਂ ਬਾਅਦ ਹੀ ਉਸਦੀ ਇੱਛਾ ਸੀ ਕਿ ਉਸਦੇ ਕੁੜੀ ਹੋਵੇ, ਪਰ ਰੱਬ ਨੇ ਅਜੇ ਤੱਕ ਉਸਦੀ ਨਹੀਂ ਸੁਣੀ। ਮੈਨੂੰ ਇਹ ਲੱਗਦਾ ਸੀ ਕਿ ਇਹ ਬਸ ਮੰਮੀ ਦੀ ਇੱਛਾ ਹੀ ਹੈ, ਪਰ ਮੈਂ ਇਹ ਨਹੀਂ ਜਾਣਦਾ ਸੀ ਕਿ ਧੀ ਦੀ ਚਾਹਤ ਮੇਰੀ ਮਾਂ ਦਾ ਜਨੂੰਨ ਬਣ ਗਿਆ ਹੈ। ਉਹ ਨੰਗੇ ਪੈਰ ਮੀਲਾਂ ਦੂਰ ਤੱਕ ਚੱਲ ਕੇ ਮੰਦਰਾਂ ਵਿੱਚ ਜਾਂਦੀ ਸੀ। ਉਸਦੇ ਪੈਰਾਂ ਵਿੱਚ ਛਾਲੇ ਪੈ ਜਾਂਦੇ ਸਨ, ਪਰ ਉਹ ਹਾਰ ਨਹੀਂ ਮੰਨਦੀ ਸੀ। ਇੱਕ ਦਿਨ ਮੇਰੀ ਮੰਮੀ ਮੈਨੂੰ ਨਾਲ ਲੈ ਕੇ ਇੱਕ ਪਿੰਡ ਵਿੱਚ ਗਈ। ਉੱਥੇ ਕਿਸੇ ਨੇ ਮੰਮੀ ਨੂੰ ਕਿਹਾ ਕਿ ਜੇਕਰ ਤੂੰ ਇੱਥੋਂ ਆਪਣੇ ਘਰ ਤੱਕ ਨੰਗੇ ਪੈਰ ਜਾਵੇਂਗੀ ਅਤੇ ਸਾਰੇ ਰਸਤੇ ਪ੍ਰਮਾਤਮਾ ਨੂੰ ਬੇਨਤੀ ਕਰਦੀ ਰਹੇਂਗੀ
ਤਾਂ ਤੈਨੂੰ ਧੀ ਦੀ ਦਾਤ ਮਿਲ ਜਾਵੇਗੀ। ਮੇਰੀ ਮੰਮੀ ਨੇ ਅਜਿਹਾ ਹੀ ਕੀਤਾ। ਘਰ ਪਹੁੰਚਣ ਤੱਕ ਮੰਮੀ ਦੇ ਪੈਰ ਜ਼ਖਮੀ ਹੋ ਚੁੱਕੇ ਸਨ, ਪਰ ਮੰਮੀ ਨੂੰ ਕੋਈ ਪਰਵਾਹ ਨਹੀਂ ਸੀ, ਬਲਕਿ ਕਹਿਣ ਲੱਗੀ ਕਿ ਜਦੋਂ ਮੇਰੇ ਕੁੜੀ ਹੋ ਜਾਵੇਗੀ ਤਾਂ ਮੈਂ ਸਾਰੀ ਤਕਲੀਫ ਭੁੱਲ ਜਾਵਾਂਗੀ। ਮੰਮੀ ਦਾ ਪਾਗਲਪਨ ਦੇਖ ਕੇ ਹੁਣ ਮੈਂ ਵੀ ਰੱਬ ਨੂੰ ਅਰਦਾਸ ਕਰਨ ਲੱਗਿਆ ਸੀ ਕਿ ਸਾਡੇ ਇੱਕ ਭੈਣ ਹੋ ਜਾਵੇ, ਅਤੇ ਆਖਿਰ ਰੱਬ ਨੇ ਸਾਡੀ ਸੁਣ ਹੀ ਲਈ। ਉਸ ਸਮੇਂ ਮੈਂ 10 ਸਾਲ ਦਾ ਸੀ ਜਦੋਂ ਮੇਰੀ ਭੈਣ ਹੋਈ। ਅਸੀਂ ਸਭ ਬਹੁਤ ਖੁਸ਼ ਸੀ ਕਿ ਹੁਣ ਸਾਡੀ ਇੱਕ ਛੋਟੀ ਜਿਹੀ ਭੈਣ ਹੈ। ਸਾਨੂੰ ਤਾਂ ਲੱਗਿਆ ਸੀ ਕਿ ਮੰਮੀ ਨੂੰ ਜਿੰਨੀ ਚਾਹ ਧੀ ਦੀ ਹੈ ਉਹ ਤਾਂ ਇਸ ਨੂੰ ਫੁੱਲਾਂ ਵਾਂਗ ਰੱਖੇਗੀ, ਪਰ ਉਹ ਰੋਂਦੀ ਰਹਿੰਦੀ ਸੀ ਅਤੇ ਮੰਮੀ ਫੋਨ ਤੇ ਕਿਸੇ ਨਾਲ ਗੱਲ ਕਰਦੀ ਰਹਿੰਦੀ ਸੀ। ਇੱਕ ਦੋ ਵਾਰ ਕੁਝ ਅਜੀਬ ਜਿਹੀਆਂ ਔਰਤਾਂ ਵੀ ਸਾਡੇ ਘਰ ਆਈਆਂ ਅਤੇ ਸਾਡੀ ਛੋਟੀ ਭੈਣ ਅਤੇ ਮੰਮੀ ਨੂੰ ਨਾਲ ਲੈ ਕੇ ਕਿਤੇ ਚਲੀਆਂ ਗਈਆਂ। ਮੈਂ ਚਾਚੀ ਜੀ ਨੂੰ ਪੁੱਛਿਆ, ਪਰ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਸੀ। ਮੇਰੇ ਪਾਪਾ ਨੂੰ ਤਾਂ ਬਸ ਆਪਣੇ ਕੰਮ ਦੀ ਫਿਕਰ ਸੀ। ਉਹਨਾਂ ਨੂੰ ਕੁਝ ਨਹੀਂ ਪਤਾ ਸੀ ਕਿ ਘਰ ਵਿੱਚ ਕੀ ਹੋ ਰਿਹਾ ਹੈ। 2 ਦਿਨ ਬਾਅਦ ਮੰਮੀ ਸਿੰਮੀ ਨੂੰ ਲੈ ਕੇ ਘਰ ਆ ਗਈ। ਮੈਂ ਮਹਿਸੂਸ ਕਰ ਰਿਹਾ ਸੀ ਕਿ ਮੰਮੀ ਨੂੰ ਹੁਣ ਸਿੰਮੀ ਦੀ ਕੋਈ ਪਰਵਾਹ ਨਹੀਂ ਰਹੀ ਸੀ। ਸਿੰਮੀ 1 ਮਹੀਨੇ ਦੀ ਸੀ ਜਦੋਂ ਉਸ ਨੂੰ ਬੁਖਾਰ ਹੋ ਗਿਆ, ਪਰ ਹਸਪਤਾਲ ਜਾਣ ਦੀ ਬਜਾਏ ਮੰਮੀ ਸਿੰਮੀ ਨੂੰ ਲੈ ਕੇ ਨਾਨੀ ਦੇ ਘਰ ਚਲੀ ਗਈ। ਅਸੀਂ ਰੋਜ਼ ਉਡੀਕਦੇ ਕਿ ਮੰਮੀ ਭੈਣ ਨੂੰ ਲੈ ਕੇ ਕਦੋਂ ਘਰ ਆਵੇਗੀ। ਇੱਕ ਦਿਨ ਮੰਮੀ ਦਾ ਫੋਨ ਆਇਆ ਅਤੇ ਉਹਨਾਂ ਨੇ ਰੋਂਦੇ ਹੋਏ ਦੱਸਿਆ ਕਿ ਸਿੰਮੀ ਨਹੀਂ ਰਹੀ। ਤੇਜ਼ ਬੁਖਾਰ ਹੋਣ ਕਰਕੇ ਉਸ ਦੀ ਜਾਨ ਚਲੀ ਗਈ। ਸਭ ਨੂੰ ਬਹੁਤ ਦੁੱਖ ਹੋਇਆ। ਮੰਮੀ 2 ਮਹੀਨੇ ਨਾਨੀ ਕੋਲ ਰਹਿਣ ਤੋਂ ਬਾਅਦ ਘਰ ਵਾਪਸ ਆ ਗਈ। ਉਸ ਦਿਨ ਤੋਂ ਬਾਅਦ ਅਸੀਂ ਮੰਮੀ ਨੂੰ ਕੁੜੀ ਹੋਣ ਦੀ ਇੱਛਾ ਕਰਦੇ ਨਹੀਂ ਦੇਖਿਆ। ਉਹ ਬਿਲਕੁਲ ਵੀ ਦੁਖੀ ਨਹੀਂ ਲੱਗਦੀ ਸੀ। ਮੰਮੀ ਨੂੰ ਆਪਣੀ ਧੀ ਦੀ ਯਾਦ ਵੀ ਨਹੀਂ ਆਉਂਦੀ ਸੀ। ਮੰਮੀ ਹੁਣ ਸਾਨੂੰ ਸਾਰੇ ਭਾਈਆਂ ਨੂੰ ਪਿਆਰ ਕਰਨ ਲੱਗੀ ਸੀ ਅਤੇ ਦਿਨ ਇਸੇ ਤਰ੍ਹਾਂ ਲੰਘ ਰਹੇ ਸਨ। ਅਸੀਂ ਵੀ ਖੁਸ਼ ਸੀ ਕਿ ਹੁਣ ਸਾਨੂੰ ਮੰਮੀ ਦਾ ਪਿਆਰ ਮਿਲਣ ਲੱਗਿਆ ਹੈ। ਅਸੀਂ ਬਹੁਤ ਗਰੀਬ ਸੀ, ਪਰ ਇੱਕਦਮ ਜਿਵੇਂ ਸਾਡੇ ਘਰ ਤੇ ਪੈਸਿਆਂ ਦੀ ਬਾਰਿਸ਼ ਹੋਣ ਲੱਗੀ। ਕਿਸਮਤ ਦੀ ਦੇਵੀ ਸਾਡੇ ਤੇ ਮਿਹਰਬਾਨ ਹੋ ਗਈ। ਅਸੀਂ ਅਮੀਰ ਹੁੰਦੇ ਚਲੇ ਗਏ। ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਗਏ ਤਾਂ ਇਹ ਗੱਲ ਦਿਮਾਗ ਵਿੱਚੋਂ ਨਿਕਲ ਹੀ ਗਈ ਕਿ ਸਾਡੇ ਕੋਈ ਭੈਣ ਵੀ ਸੀ, ਅਤੇ ਅੱਜ ਉਹ ਸਾਲਾਂ ਬਾਅਦ ਪਤਾ ਨਹੀਂ ਕਿੱਥੋਂ ਆ ਗਈ ਸੀ। ਮੰਮੀ ਦਾ ਵਰਤਾਓ ਤਾਂ ਉਸ ਲਈ ਬਹੁਤ ਅਜੀਬ ਸੀ। ਧੀ ਨੂੰ ਦੇਖ ਕੇ ਖੁਸ਼ ਹੋਣ ਦੀ ਬਜਾਏ ਉਹ ਉਸ ਨੂੰ ਧਮਕੀਆਂ ਦੇ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਕੋਈ ਬਹੁਤ ਵੱਡਾ ਰਾਜ਼ ਹੈ ਜੋ ਮੰਮੀ ਨਹੀਂ ਚਾਹੁੰਦੀ ਸੀ ਕਿ ਸਾਨੂੰ ਪਤਾ ਲੱਗੇ। ਪਤਾ ਨਹੀਂ ਇਹ ਸਭ ਕੀ ਹੋ ਰਿਹਾ ਸੀ। ਮੈਂ ਇਸ ਸਮੇਂ ਕੁਝ ਵੀ ਸੋਚਣ ਦੀ ਹਾਲਤ ਵਿੱਚ ਨਹੀਂ ਸੀ, ਇਸ ਲਈ ਆਪਣੇ ਦਫ਼ਤਰ ਵਾਪਸ ਚਲਾ ਗਿਆ। ਹੁਣ ਤਾਂ DNA ਟੈਸਟ ਕਰਵਾਉਣ ਦਾ ਕੋਈ ਫਾਇਦਾ ਹੀ ਨਹੀਂ ਸੀ, ਕਿਉਂਕਿ ਮੰਮੀ ਨੇ ਖੁਦ ਹੀ ਮੰਨ ਲਿਆ ਸੀ ਕਿ ਉਹ ਸਾਡੀ ਭੈਣ ਹੈ। ਪਰ ਇਹ ਸਭ ਕੀ ਸੀ? ਮੰਮੀ ਨੇ ਬਚਪਨ ਵਿੱਚ ਉਸ ਨੂੰ ਸਾਡੇ ਤੋਂ ਦੂਰ ਕਿਉਂ ਕਰ ਦਿੱਤਾ ਸੀ? ਉਹ ਤਾਂ ਖੁਦ ਕੁੜੀ ਦੀ ਚਾਹਤ ਵਿੱਚ ਪਾਗਲ ਸੀ। ਮੈਂ ਉਸ ਕੁੜੀ ਨੂੰ ਅਗਲੇ ਦਿਨ ਦਫ਼ਤਰ ਵਿੱਚ ਬੁਲਾ ਕੇ ਕਿਹਾ ਕਿ ਮੈਨੂੰ ਸ਼ੁਰੂ ਤੋਂ ਸਾਰੀ ਗੱਲ ਦੱਸ। ਤੂੰ ਕਿੱਥੇ ਸੀ ਇੰਨੇ ਸਾਲ? ਉਹ ਆਪਣੀ ਕਹਾਣੀ ਸੁਣਾਉਣ ਲੱਗੀ। ਮੈਂ ਜਦ ਹੋਸ਼ ਸੰਭਾਲਿਆ ਤਾਂ ਆਪਣੇ ਆਪ ਨੂੰ ਇੱਕ ਕੋਠੇ ਤੇ ਪਾਇਆ। ਉੱਥੇ ਕੋਈ ਮੇਰਾ ਆਪਣਾ ਨਹੀਂ ਸੀ। ਸਭ ਇਹੀ ਕਹਿੰਦੇ ਸੀ ਕਿ ਤੇਰੀ ਮਾਂ ਮਰ ਗਈ ਹੈ, ਹੁਣ ਤੈਨੂੰ ਇੱਥੇ ਹੀ ਰਹਿਣਾ ਹੈ, ਇਹੀ ਤੇਰਾ ਘਰ ਹੈ। ਮੈਂ ਉੱਥੇ ਦੇ ਮਾਹੌਲ ਨੂੰ ਪਸੰਦ ਨਹੀਂ ਕਰਦੀ ਸੀ। ਜਦੋਂ ਮੈਂ 15 ਸਾਲ ਦੀ ਹੋਈ ਤਾਂ ਮੈਨੂੰ ਡਾਂਸ ਸਿਖਾਇਆ ਜਾਣ ਲੱਗਾ। ਮੈਨੂੰ ਜ਼ਬਰਦਸਤੀ ਨੱਚਣ ਗਾਉਣ ਲਈ ਮਜਬੂਰ ਕੀਤਾ ਜਾਂਦਾ। ਮੈਂ ਤਾਂ ਬਾਹਰ ਦੀ ਦੁਨੀਆ ਨੂੰ ਜਾਣਦੀ ਵੀ ਨਹੀਂ ਸੀ। ਫਿਰ ਇੱਕ ਦਿਨ ਮੈਨੂੰ ਇੱਕ ਔਰਤ ਨੇ ਮੇਰੀ ਸੱਚਾਈ ਦੱਸੀ ਕਿ ਤੈਨੂੰ ਤੇਰੀ ਮਾਂ ਇੱਥੇ ਛੱਡ ਗਈ। ਉਸ ਔਰਤ ਨੇ ਮੈਨੂੰ ਉੱਥੋਂ ਭਜਾਉਣ ਵਿੱਚ ਮੇਰੀ ਮਦਦ ਕੀਤੀ ਅਤੇ ਮੈਂ ਇਸ ਸ਼ਹਿਰ ਵਿੱਚ ਆ ਕੇ ਆਪਣੀ ਮਾਂ ਨੂੰ ਲੱਭਣ ਲੱਗੀ, ਅਤੇ ਮੈਂ ਕਾਮਯਾਬ ਵੀ ਹੋ ਗਈ। ਪਰ ਮੇਰੀ ਹੀ ਸਗੀ ਮਾਂ ਨੇ ਮੈਨੂੰ ਅਪਣਾਉਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ, ਜਿੱਥੋਂ ਆਈ ਹੈ ਉੱਥੇ ਹੀ ਵਾਪਸ ਚਲੀ ਜਾ। ਮਜਬੂਰ ਹੋ ਕੇ ਮੈਨੂੰ ਤੁਹਾਡੇ ਕੋਲ ਆ ਕੇ ਹਿੱਸਾ ਮੰਗਣਾ ਪਿਆ, ਕਿਉਂਕਿ ਮੈਂ ਇੱਜ਼ਤ ਦੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ। ਮੈਂ ਆਪਣੀ ਭੈਣ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ, ਤੈਨੂੰ ਹੁਣ ਕਿਤੇ ਜਾਣ ਦੀ ਜ਼ਰੂਰਤ ਨਹੀਂ ਭੈਣੇ, ਸਾਡੇ ਨਾਲ ਘਰ ਚੱਲ। ਮੈਂ ਉਸ ਨੂੰ ਲੈ ਕੇ ਘਰ ਆ ਗਿਆ। ਮੇਰੀ ਮੰਮੀ ਬਹੁਤ ਸ਼ਰਮਿੰਦਾ ਸੀ। ਉਹ ਸਾਡੇ ਨਾਲ ਨਜ਼ਰਾਂ ਨਹੀਂ ਮਿਲਾ ਪਾ ਰਹੀ ਸੀ, ਕਿਉਂਕਿ ਹੁਣ ਸਾਨੂੰ ਹਕੀਕਤ ਸਮਝ ਆ ਚੁੱਕੀ ਸੀ। ਉਹ ਕੁੜੀ ਦੀ ਇੱਛਾ ਇਸ ਲਈ ਕਰਦੀ ਸੀ ਤਾਂ ਜੋ ਉਸ ਨੂੰ ਵੇਚ ਸਕੇ। ਫਿਰ ਜਦੋਂ ਕੁੜੀ ਹੋਈ ਤਾਂ ਉਸ ਨੂੰ ਕੋਠੇ ਵਾਲਿਆਂ ਨੂੰ ਵੇਚ ਦਿੱਤਾ ਅਤੇ ਬਦਲੇ ਵਿੱਚ ਹਜ਼ਾਰਾਂ ਪੈਸੇ ਲੈ ਲਏ। ਮੈਂ ਹੁਣ ਸਮਝਿਆ ਸੀ ਕਿ ਅਸੀਂ ਅਚਾਨਕ ਇੰਨੇ ਅਮੀਰ ਕਿਵੇਂ ਹੋ ਗਏ ਸੀ। ਮੈਂ ਨਫ਼ਰਤ ਨਾਲ ਮੰਮੀ ਵੱਲ ਵੇਖਿਆ ਅਤੇ ਕਿਹਾ, ਤੁਹਾਨੂੰ ਮਾਂ ਕਹਿੰਦੇ ਹੋਏ ਵੀ ਸ਼ਰਮ ਆ ਰਹੀ ਹੈ।
ਅਜਿਹੀ ਵੀ ਮਾਂ ਹੁੰਦੀ ਹੈ ਜੋ ਪੈਸਿਆਂ ਖਾਤਰ ਆਪਣੀ ਹੀ ਧੀ ਨੂੰ ਵੇਚ ਦੇਵੇ। ਮੰਮੀ ਸਾਡੇ ਤੋਂ ਮਾਫ਼ੀ ਮੰਗਣ ਲੱਗੀ ਅਤੇ ਕਹਿਣ ਲੱਗੀ, ਮੈਂ ਸ਼ੁਰੂ ਤੋਂ ਹੀ ਅਮੀਰ ਹੋਣ ਦਾ ਸੁਪਨਾ ਦੇਖਦੀ ਸੀ। ਵਿਆਹ ਹੋਇਆ ਤਾਂ ਘਰ ਵਾਲਾ ਵੀ ਗਰੀਬ ਮਿਲਿਆ। ਮੇਰੀ ਤਾਂ ਅਮੀਰ ਹੋਣ ਦੀ ਤਮੰਨਾ ਦਿਲ ਵਿੱਚ ਹੀ ਰਹਿ ਗਈ। ਫਿਰ ਮੈਨੂੰ ਇੱਕ ਔਰਤ ਮਿਲੀ। ਉਸਨੇ ਕਿਹਾ ਕਿ ਜੇਕਰ ਮੇਰੇ ਕੁੜੀ ਹੋਈ ਤਾਂ ਮੈਂ ਉਸਨੂੰ ਉਹਨਾਂ ਦੇ ਹਵਾਲੇ ਕਰ ਦੇਵਾਂ ਤਾਂ ਬਦਲੇ ਵਿੱਚ ਉਹ ਮੈਨੂੰ ਮਾਲਾ ਮਾਲ ਕਰ ਦੇਵੇਗੀ। ਬਸ ਉਸੇ ਦਿਨ ਤੋਂ ਮੇਰੇ ਉੱਪਰ ਕੁੜੀ ਪੈਦਾ ਕਰਨ ਦਾ ਭੂਤ ਸਵਾਰ ਹੋ ਗਿਆ। ਜਦੋਂ ਉਹ ਹੋਈ ਤਾਂ ਉਹਨਾਂ ਨੇ ਉਸਦੇ ਬਦਲੇ ਸਾਨੂੰ ਬਹੁਤ ਸਾਰੇ ਪੈਸੇ ਦਿੱਤੇ। ਮੈਂ ਆਪਣੀ ਭੈਣ ਨੂੰ ਕਿਹਾ ਕਿ ਸਾਨੂੰ ਸਭ ਨੂੰ ਮਾਫ਼ ਕਰ ਦੇਵੇ। ਅਸੀਂ ਅੱਜ ਜੋ ਵੀ ਹਾਂ ਤੇਰੇ ਕਰਕੇ ਹੀ ਹਾਂ। ਉਸਦੇ ਬਦਲੇ ਮਿਲੇ ਪੈਸਿਆਂ ਨਾਲ ਹੀ ਅਸੀਂ ਇਸ ਮੁਕਾਮ ਤੱਕ ਪਹੁੰਚੇ ਸੀ। ਅਸੀਂ ਸਾਰੇ ਭਾਈਆਂ ਨੇ ਆਪਣੀ ਅੱਧੀ ਜਾਇਦਾਦ ਆਪਣੀ ਭੈਣ ਦੇ ਨਾਮ ਕਰ ਦਿੱਤੀ। ਉਹ ਸਾਡੇ ਨਾਲ ਹੀ ਰਹਿਣ ਲੱਗੀ। ਮੰਮੀ ਨੂੰ ਵੀ ਆਪਣੇ ਕੀਤੇ ਪਾਪਾਂ ਦਾ ਅਹਿਸਾਸ ਹੋ ਚੁੱਕਾ ਸੀ ਅਤੇ ਉਹ ਹਰ ਸਮੇਂ ਮਾਫ਼ੀ ਮੰਗਦੀ ਰਹਿੰਦੀ ਸੀ। ਮੇਰੀ ਭੈਣ ਨੇ ਤਾਂ ਉਸਨੂੰ ਮਾਫ਼ ਕਰ ਦਿੱਤਾ, ਪਰ ਹੁਣ ਉਹਨਾਂ ਨੂੰ ਪਰਮਾਤਮਾ ਦੀ ਮਾਫ਼ੀ ਦਾ ਇੰਤਜ਼ਾਰ ਹੈ। ਦੋਸਤੋ, ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੇ ਗੰਦੇ ਕੰਮ ਆਏ ਦਿਨ ਸੁਣਨ ਨੂੰ ਮਿਲਦੇ ਹੀ ਰਹਿੰਦੇ ਹਨ। ਕਿਸੇ ਵੀ ਇਨਸਾਨ ਨੂੰ ਇੰਨੇ ਨਹੀਂ ਗਿਣਨਾ ਚਾਹੀਦਾ ਕਿ ਥੋੜ੍ਹੇ ਜਿਹੇ ਪੈਸਿਆਂ ਦੀ ਖਾਤਰ ਆਪਣੀ ਔਲਾਦ ਨੂੰ ਹੀ ਵੇਚ ਦੇਵੇ। ਪਰਮਾਤਮਾ ਨੇ ਸਾਨੂੰ ਇਨਸਾਨ ਬਣਾਇਆ ਹੈ। ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਇਨਸਾਨੀਅਤ ਦੀ ਲਾਜ ਰੱਖਦੇ ਹੋਏ ਅਜਿਹੇ ਕੰਮ ਕਰਨ ਤੋਂ ਬਚੋ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।